ਅਸਲਾਮ ਵਾਲੇਕਮ ਦੋਸਤੋ, ਸਾਡੇ ਘਰ ਇੱਥੋਂ ਤੱਕ ਭੁੱਖ ਆ ਗਈ ਆ ਕਿ ਘਰ ਦੇ ਭਾਂਡੇ ਵੇਚ ਕੇ 2 ਕਿਲੋ ਆਟਾ ਲਿਆ ਕੇ ਤੇ ਉਹਨੂੰ ਪਕਾ ਕੇ ਤੇ ਰੋਟੀ ਖਾਧੀ ਆ। ਪਾਈਆ ਘਿਓ ਦਾ ਪੈਕਟ ਲਿਆ ਕੇ ਦਸਾਂ ਦਸਾਂ ਦੀ ਮਿਰਚ ਤੇ ਹਲਦੀ ਨਮਕ ਲਿਆ ਕੇ ਫਿਰ ਗੁਜ਼ਾਰਾ ਕੀਤਾ ਦੋਸਤੋ। ਅਸੀਂ ਅੱਜ ਦੀ ਦਿਹਾੜੀ ਕੱਢੀ ਆ। 2 ਕਿਲੋ ਆਟੇ ਨਾਲ ਮਸਾਂ 2 ਦਿਨ ਸਾਡੇ ਲੰਘਣੇ ਆ ਦੋਸਤੋ। ਇੰਨੀ ਮੇਰੀ ਪਰੇਸ਼ਾਨੀ ਬਣ ਗਈ ਹੋਈ ਨਾ, ਇੰਨੀ ਮੇਰੀ ਪਰੇਸ਼ਾਨੀ ਵੱਧ ਗਈ ਹੋਈ, ਮੈਂ ਤੁਹਾਨੂੰ ਕੀ ਦੱਸਾਂ ਦੋਸਤੋ। ਕੋਈ ਬੰਦਾ ਨਹੀਂ ਮੇਰੀ ਮਦਦ ਕਰਨ ਦੇ ਹੈਗਾ, ਕੋਈ ਯਾਰ ਦੋਸਤ ਨਹੀਂ ਮੇਰੀ ਮਦਦ ਕਰਨ ਦੇ ਹੈਗਾ, ਕੋਈ ਰਿਸ਼ਤੇਦਾਰ ਨਹੀਂ ਮੇਰੀ ਮਦਦ ਕਰਨ ਦੇ ਹੈਗਾ। ਯਾਰ ਕਿ ਦੁਨੀਆ 'ਤੇ ਇੱਦਾਂ ਹੋ ਗਿਆ ਜਿਸ ਤਰ੍ਹਾਂ ਮੇਰੇ ਵਾਸਤੇ ਹਰ ਸ਼ੈ ਮੁੱਕ ਗਈ ਆ, ਮੇਰਾ ਦਾਣਾ ਪਾਣੀ ਮੁੱਕ ਗਿਆ, ਮੇਰਾ ਰਿਜ਼ਕ ਮੁੱਕ ਗਿਆ। ਇਸ ਤਰ੍ਹਾਂ ਦੇ ਹਾਲਾਤ ਹੋ ਗਏ ਦੋਸਤੋ ਜ਼ਿੰਦਗੀ ਮੇਰੇ 'ਤੇ ਕਦੇ ਇੱਦਾਂ ਦੇ ਹਾਲਾਤ ਨਹੀਂ ਸੀ ਆਏ ਹੈਗੇ ਦੋਸਤੋ ਤੁਹਾਡੀ ਮਿਹਰਬਾਨੀ। ਸਕਰੀਨ 'ਤੇ ਮੇਰਾ ਨੰਬਰ ਲੱਗਾ ਵਾ, ਲਾਜ਼ਮੀ ਮੇਰੀ ਮਦਦ ਕਰੋ ਦੋਸਤੋ। ਮੈਨੂੰ 50,000 ਰੁਪਏ ਉਧਾਰਾ ਦਿਓ, ਤੁਹਾਨੂੰ ਰੱਬ ਦਾ ਵਾਸਤਾ। ਜਿਹੜਾ ਬੰਦਾ ਮੇਰੀ ਵੀਡੀਓ ਦੇਖਦਾ ਅੱਗੇ ਲਾਜ਼ਮੀ ਸ਼ੇਅਰ ਕਰੇ। ਜੇ ਪੈਸੇ ਨਹੀਂ ਦੇ ਸਕਦਾ ਤੇ ਮੈਨੂੰ 50,000 ਰੁਪਏ ਉਧਾਰਾ ਦੇ ਦਿਓ, ਤੁਹਾਨੂੰ 6 ਮਹੀਨੇ ਵਾਪਸ ਕਰ ਦਾਂਗਾ ਇਨਸ਼ਾਅੱਲਾ ਤਾਲਾ। ਮੈਂ ਆਪਣਾ ਕਾਰੋਬਾਰ ਸ਼ੁਰੂ ਕਰਾਂ, ਆਪਣੇ ਪੈਰਾਂ 'ਤੇ ਖਲੋਵਾ। ਇਹ ਨੌਬਤ ਮੇਰੇ 'ਤੇ ਤਾਂ ਆਈ ਹੈ ਦੋਸਤੋ ਇੱਥੇ ਤੱਕ। ਮੈਂ ਨਾ ਬੈਠਾ ਹੋਇਆ ਸੀ ਮੇਰਾ ਮਾਸ਼ਾਅੱਲਾ ਵੱਡੇ ਆਪਰੇਸ਼ਨ ਦੇ ਨਾਲ, ਅਤੇ ਜਿੰਨੀ ਮੇਰੇ ਕੋਲ ਰਾਤ ਸੀਗੀ ਸਾਰੀ ਮੈਂ ਲਾਤੀ ਉੱਥੇ। ਕਿ ਥੋੜ੍ਹੇ ਬਹੁਤੇ ਪੈਸੇ ਘੱਟ ਗਏ ਸੀਗੇ ਦੇਣ ਵਾਸਤੇ, ਉਧਾਰ ਕੀਤਾ ਸੀ ਹਸਪਤਾਲ। ਅਤੇ ਉਹ ਮੈਂ ਕੁਲਫੀਆ ਦਾ ਕੰਮ ਬੰਦੇ ਨੇ ਪਤਾ ਕੀਤਾ, ਮੁੰਡਾ ਕੁਲਫੀਆ ਲਾਉਂਦਾ ਮੇਰਾ ਦੋਸਤ ਸੀਗਾ। ਅਤੇ ਮੈਂ ਯਾਰ ਮੈਨੂੰ ਵੀ ਲਵਾ ਦੇ ਕੰਮ 'ਤੇ, ਕੋਈ ਦਿਹਾੜੀ ਜੁੜੀ ਬਣਦੀ ਨਹੀਂ, ਕਹਿੰਦਾ 1000 1200 1500 ਬਣ ਜਾਂਦਾ ਵਾ। ਚਲੋ ਮੈਂ ਕਿਹਾ ਬੜਾ ਵਾ ਮਾਸ਼ਾਅੱਲਾ ਮੇਰਾ ਗੁਜ਼ਾਰਾ ਹੋ ਜਾਣਾ ਇੰਨੇ ਕੁ ਵਿੱਚ। ਅਤੇ ਮੈਂ ਕਿਹਾ ਐਡਵਾਂਸ ਪੈਸੇ ਦਊਂਗਾ, ਉਹ ਕਿ ਨਹੀਂ, ਕਹਿੰਦਾ ਦੇ ਦੂੰਗਾ। ਮੈਂ ਕਿਹਾ 20,000 ਰੁਪਏ ਐਡਵਾਂਸ ਮੈਨੂੰ ਲੈ ਦੀ ਉਹਦੇ ਕੋਲੋਂ, ਅਤੇ ਕਹਿੰਦਾ ਠੀਕ ਹੈ ਮੈਂ ਲੈ ਦੂੰਗਾ। ਅਤੇ ਦੋਸਤੋ ਮੈਂ ਇੱਦਾਂ ਕਰਕੇ ਉੱਥੇ ਫਸ ਗਿਆ। ਪੈਸੇ ਦੇ ਕੇ ਬੰਦੇ ਨੂੰ ਐਡਵਾਂਸ 'ਤੇ ਫਸਾ ਲੈਂਦੇ ਆ, ਅਤੇ ਮੁੜ ਕੇ ਬੰਦੇ ਦੀ ਜਾਨ ਹੀ ਛੱਡਦੇ ਹੈਗੇ। ਬੰਦਾ ਮਰਦਾ ਮਰ ਜਾਵੇ ਉੱਥੇ, ਪੈਸੇ ਦਊਂਗੇ ਤਾਂ ਜਾਨ ਛੁੱਟਣੀ ਹੈ, ਨਹੀਂ ਤਾਂ ਨਹੀਂ ਛੁੱਟਣੀ ਹੈਗੀ। ਮੇਰੀ ਦਿਹਾੜੀ ਨਹੀਂ ਬਣਨ ਦੀ ਦੋਸਤੋ, ਮੇਨ ਵਜ੍ਹਾ ਆਹ ਵਾ। ਦਿਹਾੜੀ ਪਹਿਲੇ ਬਣਦੀ ਰਹੀ ਹੈਗੀ ਆ, ਹੁਣ ਬਾਰਿਸ਼ਾਂ ਪੈਣ ਦੀਆਂ, ਮੌਸਮ ਠੰਡੇ ਹੈਗੇ ਆ ਦੋਸਤੋ, ਅਤੇ ਇਸ ਵਜ੍ਹਾ ਤੋਂ ਦਿਹਾੜੀ ਨਹੀਂ ਬਣਦੀ ਹੈਗੀ। 400 500 ਰੁਪਏ ਦਿਹਾੜੀ ਬਣਦੀ ਪਈ ਹੈ, ਵੱਧ ਤੋਂ ਵੱਧ 600 ਕਦੀ 700 ਬਣ ਜਾਵੇ। ਅਤੇ ਇੰਨੇ ਵਿੱਚ ਤੁਹਾਨੂੰ ਪਤਾ ਕਬੀਲਦਾਰ ਬੰਦੇ ਦਾ ਗੁਜ਼ਾਰਾ ਨਹੀਂ ਹੁੰਦਾ ਹੈਗਾ ਦੋਸਤੋ। ਮੇਰੇ ਕੋਲ ਮੋਟਰਸਾਈਕਲ ਵੀ ਹੈਗੀ ਹੈ, ਮੇਰੇ ਕੋਲ ਸੇਰਮਨੀ ਵਾਲੀ ਪੇਟੀ ਵੀ ਹੈਗੀ ਹੈ, ਮੇਰੇ ਕੋਲ ਸਾਰਾ ਕੁਛ ਸਮਾਨ ਪਿਆ ਵਾ। ਸਿਰਫ ਇੱਕ ਪੈਸੇ ਦੀ ਤੰਗੀ, ਪੈਸੇ ਦੀ ਕਮੀ। ਮੇਰੇ ਕੋਲ ਅੱਜ ਪੈਸਾ ਆ ਜਾਵੇ ਨਾ 50,000 ਰੁਪਇਆ ਜਾਂ 1 ਲੱਖ ਰੁਪਇਆ ਆ ਜਾਵੇ, 1 ਲੱਖ ਰੁਪਇਆ ਆ ਜਾਵੇ, 3-4 ਹਜ਼ਾਰ ਰੁਪਏ ਦਿਹਾੜੀ ਪਾ ਸਕਦਾ ਰੋਜ਼ਾਨਾ ਦੀ ਬਿਲਾ ਨਾਗਾ। ਕਮ ਸੋ ਕਮ 2,000 ਤੇ ਪੱਕੀ ਹੈ ਨਾ, ਮੈਨੂੰ ਇੰਨਾ ਪਤਾ ਵਾ ਆਪਣੇ, ਤੇ ਮੈਨੂੰ ਇੰਨਾ ਯਕੀਨ ਹੈਗਾ ਵਾ। ਅਤੇ ਮਾਸ਼ਾਅੱਲਾ 15-16 ਸਾਲ ਦਾ ਮੇਰਾ ਤਜਰਬਾ ਹੈਗਾ ਇਸ ਕੰਮ ਦਾ। ਅਤੇ ਦੂਸਰੀ ਗੱਲ ਇਹ, ਜੇ ਮੇਰੇ ਕੋਲ 50,000 ਰੁਪਇਆ ਆ ਜਾਵੇ ਅੱਜ, ਅਤੇ ਇਨਸ਼ਾਅੱਲਾ ਤਾਲਾ ਸੁਬਾਹ ਤੋਂ ਮੈਂ 1500 1800 2000 1500 1800 2000 ਕਮ ਸੋ ਕਮ 1000 ਰੁਪਇਆ ਮੈਂ ਲਿਆਉਂਗਾ ਮਰ ਕੇ, ਫੁੱਲ ਮੁੰਡਾ ਵੀ ਹੋਵੇ। ਅਤੇ ਇਹਨਾਂ ਕੁ ਮੈਨੂੰ ਆਪਣੇ 'ਤੇ ਯਕੀਨ ਹੈ, ਆਪਣੇ ਕੰਮ 'ਤੇ ਯਕੀਨ ਹੈ, ਆਪਣੀ ਜਾਨ 'ਤੇ ਯਕੀਨ ਹੈ, ਆਪਣੀ ਹਿੰਮਤ 'ਤੇ ਯਕੀਨ ਹੈ, ਆਪਣੇ ਤਜਰਬੇ 'ਤੇ ਯਕੀਨ ਆ। ਅਤੇ ਦੋਸਤੋ ਗੱਲ ਸਿਰਫ ਪੈਸੇ ਦੀ ਵਜ੍ਹਾ ਤੋਂ ਮਾਰ ਖਾਂਦੇ ਆ ਇਸ ਟਾਈਮ, ਅਤੇ ਇਹ ਮੇਰੀ ਜਾਨ ਛੱਡਣ ਦੇ ਹੈਗੇ। ਕਹਿੰਦੇ ਮੈਨੂੰ 30,000 ਦੇ ਕੁਲਫੀਆ ਵਾਲੇ, ਅਤੇ ਫਿਰ ਤੇਰੀ ਜਾਨ ਛੁੱਟਣੀ ਆ। ਅਤੇ ਕੁਲਫੀਆ ਵੇਚ, ਤੂੰ ਜੀਣਾ ਤੂੰ ਮਰਨਾ, ਤੂੰ ਕੀ ਕਰਨਾ ਤੈਨੂੰ ਪਤਾ, ਤੂੰ ਕੀ ਕਰਨਾ। ਘਰ ਦਾ ਖਰਚਾ ਚਲਾਉਣਾ ਤੇਰੀ ਟੈਨਸ਼ਨ ਹੈ, ਕਹਿੰਦੇ ਸਾਡੀ ਨਹੀਂ ਹੈਗੀ, ਤੂੰ ਕਿੱਦਾਂ ਮਰਜ਼ੀ ਚਲਾ। ਗੱਲ ਕਰਨ ਦਾ ਮਕਸਦ ਇਹ ਵਾ, ਘਰ ਦਾ ਖਰਚਾ ਤਾਂ ਹੀ ਚੱਲੂਗਾ ਨਾ ਜੇ ਦਿਹਾੜੀ ਬਣੂਗੀ। ਜੇ ਦਿਹਾੜੀ 400 500 ਬਣਦੀ ਪਈ ਤਾਂ ਕਿੱਦਾਂ ਘਰ ਚੱਲੂਗਾ, ਕਿੱਦਾਂ ਘਰ ਦਾ ਖਰਚਾ ਚੱਲੂਗਾ। ਇਕੱਲਾ ਬੱਚਿਆਂ ਦਾ ਦੁੱਧ ਹੀ ਹੈਗਾ ਵਾ ਯਾਰ ਰੋਜ਼ਾਨਾ 200 ਰੁਪਏ ਦਾ ਵਾ, 100 ਰੁਪਏ ਦੀ ਚੀਨੀ ਆ ਰੋਜ਼ਾਨਾ ਦੀ। ਕਮ ਸੇ ਕਮ 50 ਰੁਪਏ 70 ਰੁਪਏ ਚੀਨੀ ਰੋਜ਼ ਲੱਗ ਜਾਂਦੀ ਹੈ ਬਿਲਾ ਨਾਗਾ। ਦੁੱਧ 'ਚ ਪਾਣੀ ਆ, ਉਹ ਮਿੱਠਾ ਪਾਣੀ ਜਾਂ ਸ਼ਿਕੰਜਵੀ ਬਣਾ ਲਈ, ਦੁਪਹਿਰ ਨੂੰ ਗਰਮੀ ਹੁੰਦੀ ਹੈ, ਕੁਛ ਹੋਰ ਉੱਦਾਂ ਵਾਧਾ ਘਾਟਾ, ਕੋਈ ਪ੍ਰਾਹੁਣਾ ਆ ਜਾਂਦਾ, ਕੋਈ ਚਾਹ ਬਣ ਜਾਂਦੀ, ਇਸ ਤਰ੍ਹਾਂ ਕਰਕੇ। ਇਸ ਇਹ ਵਜ੍ਹਾ ਤੋਂ ਦੋਸਤੋ 100 ਰੁਪਏ ਚੀਨੀ ਲਾ ਲਓ ਰੋਜ਼ ਦੀ, ਇਹ ਹੈਗੀ ਆ। ਬਾਕੀ ਸਬਜ਼ੀ ਸੁਬਜ਼ੀ ਉਰਾ ਪਰਾ ਸਭ ਕੁਛ ਕਰ ਕਰਾ ਕੇ ਤੁਹਾਨੂੰ ਪਤਾ 400 ਨਹੀਂ ਗੁਜ਼ਾਰਾ ਹੁੰਦਾ ਹੈਗਾ। ਫਿਰ 7,000 ਰੁਪਏ ਮਕਾਨ ਦਾ ਕਿਰਾਇਆ ਦੋਸਤੋ ਮੇਰਾ, ਠੀਕ ਹੈ ਨਾ। 7,000 ਰੁਪਏ ਮਕਾਨ ਦਾ ਕਿਰਾਇਆ ਵਾ, 200 ਤੋਂ ਕੁਛ ਰੁਪਏ ਬਣਦੇ ਆ, ਠੀਕ ਆ ਨਾ, 230 35 ਰੁਪਏ ਬਣਦੇ ਆ ਅਤੇ ਰੋਜ਼ਾਨਾ ਦੇ। ਅਤੇ 200 ਮੈਂ ਕਿਰਾਇਆ ਕੱਢੂੰਗਾ 400 ਦੇ ਵਿੱਚੋਂ, ਜਾਂ ਫਿਰ ਮੈਂ ਆਟਾ ਲੈ ਕੇ ਆਊਂਗਾ ਕਿਲੋ, ਜਾਂ ਮੈਂ ਚੀਨੀ ਲਿਆਉਂਗਾ, ਜਾਂ ਘਿਓ ਲਿਆਉਂਗਾ, ਜਾਂ ਪੱਤੀ ਲਿਆਉਂਗਾ, ਜਾਂ ਸਾਬਣ ਨਹਾਉਣ ਨਾਲ ਲਿਆਉਂਗਾ, ਜਾਂ ਭਾਂਡੇ ਧੋਣ ਨਾਲ ਸਾਬਣ ਲਿਆਉਂਗਾ। ਮੈਂ ਕੀ ਲੈ ਕੇ ਆਊਂਗਾ 400 500 ਜੀ ਦੋਸਤੋ ਮੈਨੂੰ ਦੱਸੋ। ਜੇ ਮੈਂ ਸਬਜ਼ੀ ਲੈ ਕੇ ਆਊਂਗਾ, ਜਾਂ ਬਲ ਲਿਆਉਂਗਾ, ਜਾਂ ਗੈਸ ਭਰਾਊਂਗਾ, ਕੀ ਕਰੂੰਗਾ ਮੈਂ ਦੋਸਤੋ 400-500 ਨਹੀਂ ਨਾ ਸਰਦਾ, ਤੁਹਾਨੂੰ ਆਪ ਪਤਾ ਵਾ। ਅਤੇ ਇਸ ਵਾਸਤੇ ਕਹਿੰਦਾ ਮੇਰੀ ਹੈਲਪ ਕਰੋ, ਮੇਰੀ ਮਦਦ ਕਰੋ, ਤੁਹਾਡੀ ਮਿਹਰਬਾਨੀ, ਤੁਹਾਨੂੰ ਰੱਬ ਦਾ ਵਾਸਤਾ। ਇੰਨੀ ਦੁਨੀਆ ਦੇਖਦੀ ਮੇਰੀ ਵੀਡੀਓ, ਇੰਨੇ ਲੋਕ ਦੇਖਦੇ, ਇੰਨੇ ਲੋਕ ਦੁਨੀਆ ਦੇ ਇੰਨੇ ਅਮੀਰ ਹੈਗੇ ਆ। ਲੋਕ ਕਹਿੰਦੇ ਨਾ ਪੈਸਾ ਵਾ ਕਿ ਬੈਂਕ ਭਰੇ ਪਏ ਲੋਕਾਂ ਦੇ ਪੈਸਿਆਂ ਨਾਲ, ਜਿਹੜੇ ਸਾਡੇ ਵਰਗੇ ਗਰੀਬ ਉਹਨਾਂ ਕੋਲ ਨਹੀਂ ਹੈ, ਹੱਥ ਤੰਗ ਵਾ, ਅਤੇ ਬਿਲਕੁਲ 0 ਰੁਪਈਆ ਵੀ ਨਹੀਂ ਹੈਗਾ। ਐਸੇ ਬੰਦੇ ਦੁਨੀਆ 'ਤੇ ਹੈਗੇ ਜਿਹਨਾਂ ਕੋਲ ਪੈਸਾ ਮੁੱਕਦਾ ਨਹੀਂ ਹੈਗਾ, ਐਸੇ ਬੰਦੇ ਵੀ ਦੁਨੀਆ 'ਤੇ ਹੈਗੇ ਜਿਹਨਾਂ ਕੋਲ ਸਾਡੇ ਵਰਗੇ ਰੁਪਈਆ ਵੀ ਨਹੀਂ ਹੈ ਕੋਲ। ਅਤੇ ਗੱਲ ਕਰਨ ਦਾ ਮਕਸਦ ਹੈ ਤੁਹਾਨੂੰ ਰੱਬ ਨੇ ਪੈਸਾ ਦਿੱਤਾ ਵਾ, ਤੁਸੀਂ ਰੱਬ ਦੀ ਰਾਹ 'ਤੇ ਲਾਇਆ ਕਰੋ। ਕੋਈ ਸਾਡੇ ਵਰਗੇ ਗਰੀਬ ਬੰਦੇ, ਤੰਗ ਬੰਦੇ, ਪਰੇਸ਼ਾਨ ਬੰਦੇ ਆ, ਹੁਣ ਇਕੱਲੇ ਕੇ ਹੱਥ ਅੱਡ ਕੇ ਮੰਗਣੋਂ ਤੁਸੀਂ ਰਹੇ ਆ।
ਇੱਜ਼ਤਦਾਰ ਬੰਦਾ ਇੱਦਾਂ ਨਹੀਂ ਨਾ ਕਰਦਾ ਹੈਗਾ। ਉਹ ਪਰੇਸ਼ਾਨ ਹੁੰਦਾ, ਕੋਈ ਯਾਰ ਦੋਸਤ ਕੋਲ ਹੈਲਪ ਮੰਗਦਾ ਵਾ, ਨਹੀਂ ਕਰਦੇ ਆ ਵਿਚਾਰਾ, ਚੁੱਪ ਕਰਕੇ ਬਹਿ ਜਾਂਦਾ। ਹੈਲਪ ਮੰਗਦਾ ਬੜਾ ਮਜਬੂਰ ਹੋ ਕੇ, ਅਗਲਾ 100 ਵਾਰੀ 1000 ਵਾਰੀ ਸੋਚਦਾ ਯਾਰ ਮੈਂ ਕੋ ਮੰਗਾ, ਇਹ ਕੋ ਹੈਲਪ ਮੰਗਾ, ਇਹ ਮੇਰੀ ਕਰੂੰਗਾ ਮਦਦ, ਇਹ ਕੋ ਮਦਦ ਮੰਗਾ, ਮੇਰੀ ਮਦਦ ਕਰੂੰਗਾ ਜਾਂ ਨਹੀਂ ਕਰੂੰਗਾ, ਮੈਨੂੰ ਨਾ ਹੀ ਨਾ ਕਰ ਦੇਵੇ। 100 ਕੀ ਹਜ਼ਾਰਾਂ ਗੱਲਾਂ ਬੰਦਾ ਪਹਿਲੇ ਸੋਚਦਾ ਵਾ ਅਗਲੇ ਦੇ ਕੋਲ ਪਹੁੰਚਣ ਤੋਂ ਪਹਿਲੇ, ਅਤੇ ਅਗਲਾ ਬੰਦਾ ਮੂੰਹ ਚੁੱਕ ਕੇ ਕਹਿੰਦਾ ਨਹੀਂ ਨਹੀਂ ਯਾਰ ਮੇਰਾ ਆਪਣਾ ਨਹੀਂ ਸਰਦਾ, ਮੈਂ ਬੜਾ ਪਰੇਸ਼ਾਨ ਹਾਂ। ਉਹ ਭੈਣ ਦੇ ਵੀਰੋ, ਇਹਨੇ ਤੁਸੀਂ ਸਰਮਾਏਦਾਰ ਯਾਰ ਦੋਸਤ ਵੀ ਹੁੰਦੇ ਆ, ਰਿਸ਼ਤੇਦਾਰ ਵੀ ਹੁੰਦੇ ਆ, ਕਿ ਇੱਕ ਮਾੜੇ ਬੰਦੇ ਦਾ ਸਾਥ ਨਹੀਂ ਕਰ ਸਕਦੇ। 20-30 ਹਜ਼ਾਰ ਦੀ ਕੀ ਔਕਾਤ ਆ। ਤੁਰੇ ਜਾਂਦੇ 20,000 ਦਾ ਮੋਬਾਇਲ ਲੈ ਲੈਂਦੇ, 40,000 ਦਾ ਮੋਬਾਇਲ ਲੈ ਲੈਂਦੇ, 2.5 ਲੱਖ ਦਾ ਮੋਬਾਇਲ ਲੈ ਲੈਂਦੇ, 3 ਲੱਖ ਦਾ ਮੋਬਾਇਲ ਲੈ ਲੈਂਦੇ, ਤੁਰੇ ਜਾਂਦੇ ਹੈਂ। ਹਜੇ ਮਾੜੇ ਮਰਦੇ ਹੈ ਰਿਸ਼ਤੇਦਾਰ, ਯਾਰ ਦੋਸਤ ਮਾੜੇ ਮਰਦੇ ਆ। ਅਤੇ ਯਾਰ ਦੋਸਤ ਦੀ ਮਦਦ ਕਰਨ ਵਾਸਤੇ 20-30 ਹਜ਼ਾਰ 10,000 ਦੇ ਸਕਦੇ ਹੈਗੇ। 2-2 ਕਰੋੜ ਦੀਆਂ ਕੋਠੀਆਂ ਪਾਈਆਂ ਹੋਈਆਂ ਵਾ, ਠੀਕ ਹੈ ਨਾ, ਰਿਸ਼ਤੇਦਾਰਾਂ ਨੇ ਯਾਰ ਦੋਸਤਾਂ ਦੇ ਵਿੱਚ, ਚੰਗੇ ਘਰ ਵਿੱਚ ਅਤੇ ਸਾਡੇ ਕੋਲ 10-20 ਹਜ਼ਾਰ ਮੰਗ ਲਏ ਅਤੇ ਅਸੀਂ ਮਰ ਗਏ, ਅਸੀਂ ਲੁੱਟੇ ਗਏ, ਸਾਡੇ ਘਰ ਆਟਾ ਮੁੱਕਿਆ ਵਾ, ਸਾਡੇ ਕੋਲ ਟੈਨਸ਼ਨਾਂ ਬੜੀਆਂ ਵਾ, ਸਾਡਾ AC ਦਾ ਬਿੱਲ ਆਇਆ, ਸਾਡਾ ਫਲਾਣਾ ਬਿੱਲ ਆਇਆ, ਸਾਡਾ ਢਮਕਾਣਾ ਬਿੱਲ ਆਇਆ, ਸਾਡਾ ਕੰਮ ਨਹੀਂ ਚੱਲਣ ਦਿਆ, ਅਸੀਂ ਮੁਲਾਜ਼ਮਾਂ ਨੂੰ ਪੈਸੇ ਦੇਣੇ, ਉਹ ਕਿੱਥੋਂ ਦੇਣੇ, ਸਾਨੂੰ ਇਹ ਨਹੀਂ ਸਮਝ ਆਉਂਦੀ। ਇੱਦਾਂ ਦੇ ਰੋਣੇ ਰੋਂਦੇ ਆ ਨਾ ਬੰਦੇ, ਅੱਗੇ ਬੰਦਾ ਕਹਿੰਦਾ ਇਹ ਮੇਰੇ ਨਾਲ ਬਹੁਤਾ ਮਰਿਆ ਦਫਾ ਕਰ, ਦੇਖੋ ਸਾਨੂੰ ਕੀ ਲੱਭਣਾ ਹੈਗਾ। ਦੇਖੋ ਦੋਸਤੋ, ਇੱਦਾਂ ਨਹੀਂ ਕਰਨੀ ਚਾਹੀਦੀ ਹੈਗੀ। ਜੇ ਤੁਹਾਡੇ ਕੋਲ ਚੱਲ ਗਿਆ ਉਹਨਾਂ ਨੇ ਹਜ਼ਾਰਾਂ ਵਾਰ ਸੋਚਦਾ ਅਗਲਾ ਪਹਿਲੇ, ਮੈਂ ਅਗਲੇ ਕੋਲ ਜਾਵਾ, ਮੇਰੀ ਮਦਦ ਕਰੂੰਗਾ ਕਿ ਨਹੀਂ ਕਰੂੰਗਾ, ਮੈਨੂੰ ਨਾ ਤਾਂ ਨਹੀਂ ਕਰੂੰਗਾ, ਮੈਂ ਸ਼ਰਮਿੰਦਾ ਹੋਊਂਗਾ ਜੇ ਮੈਨੂੰ ਨਾ ਕਰਤੀ, ਮੇਰੀ ਬੇਇੱਜ਼ਤੀ ਇਹ ਗੱਲ ਹੈ, ਮੈਨੂੰ ਨਾ ਕਰਤੀ, ਮੇਰੀ ਇੱਜ਼ਤ ਰੱਖੂੰਗਾ ਕਿ ਨਹੀਂ ਰੱਖੂੰਗਾ। ਸੋ ਬੰਦਾ ਗੱਲਾਂ ਸੋਚ ਕੇ ਫਿਰ ਅਗਲੇ ਦੇ ਕੋਲ ਜਾਂਦਾ ਵਾ। ਅਤੇ ਰੱਬ ਤੋਂ ਬਾਅਦ ਇੱਕ ਯਾਰ ਦੋਸਤ ਬੰਦੇ ਦਾ ਆਸਰਾ ਹੁੰਦਾ ਨਾ, ਭੈਣ ਭਰਾ ਹੁੰਦੇ ਆ, ਮਾਂ ਪਿਓ ਹੁੰਦਾ ਵਾ, ਰਿਸ਼ਤੇਦਾਰ ਹੁੰਦੇ ਆ ਜੇ ਅਸਲੇ ਦੇ ਹੋਣ ਤੇ। ਲੇਕਿਨ ਨਹੀਂ, ਇੱਥੇ ਰਿਸ਼ਤੇਦਾਰ ਅਸਲੇ ਦੇ ਹੈ ਹੀ ਨਹੀਂ। ਰਿਸ਼ਤੇਦਾਰ ਤਾਂ ਇੱਦਾਂ ਦੇ ਹੈਗਾ ਨਾ, ਤਵੀਹ ਧੱਕੇ ਕਰ ਬੰਦੇ ਦੀ ਮੱਤ ਮਾਰ ਦਿੰਦੇ ਆ, ਫਿਰ ਜਾ ਕੇ ਦੇਖਦੇ ਆ ਤਮਾਸ਼ਾ, ਬਚ ਗਿਆ ਵਾ, ਮਰਿਆ ਤਾਂ ਨਹੀਂ ਹੈਗਾ। ਜੇ ਨਹੀਂ ਮਰਿਆ ਤਾਂ 2-4 ਹੋਰ ਕਰੀਏ ਮਰੇ, ਜਾਨ ਛੁੱਟੇ ਤੋਂ ਮਗਰੋਂ ਲੱਥੇ। ਇਹ ਇੱਦਾਂ ਦੇ ਰਿਸ਼ਤੇਦਾਰ ਜ਼ਾਲਮ ਆ ਦੋਸਤੋ, ਮੇਰੇ ਨਾਲ ਸਭ ਕੁਝ ਹੋ ਚੁੱਕਿਆ ਵਾ, ਹੋਣ ਵੀ ਦਿਆ ਵਾ। ਮੂੰਹ ਤਾਂ ਸਾਡੇ ਆ, ਪਿੱਛੋਂ ਸਾਡੇ ਜਿਹੜਾ ਵੱਢਣ ਦੇ ਤੁਰੇ ਹੋਏ ਆ। ਦੋਸਤੋ ਤੁਹਾਡੀ ਬੜੀ ਮਿਹਰਬਾਨੀ ਆ, ਮੇਰੀ ਮਦਦ ਕਰੋ, ਮੈਂ ਆਪਣੇ ਪੈਰਾਂ 'ਤੇ ਪਹਿਲੇ ਤਰ੍ਹਾਂ ਖਲੋਣਾ ਚਾਹੁੰਦਾ ਵਾ, ਠੀਕ ਹੈ ਨਾ ਦੋਸਤੋ। ਅਤੇ ਮੈਨੂੰ ਹੈਲਪ ਦੀ ਜ਼ਰੂਰਤ ਆ, ਬਸ ਕੋਈ ਯਾਰ ਦੋਸਤ ਮੇਰੀ ਹੈਲਪ ਕਰ ਦੇਵੇ। ਇੱਥੋਂ ਤੱਕ ਬੈਂਕ ਦੇ ਪੈਸੇ ਲੈਣ 'ਚ ਮੈਂ ਮੁਤਮਿਨ ਨਹੀਂ ਹੈਗਾ, ਦਿਲ ਨਹੀਂ ਮੰਨਦਾ ਬੈਂਕ 'ਚੋਂ ਪੈਸੇ ਲੈਣ ਨੂੰ, ਕਿਉਂਕਿ ਸੋਚਦੇ ਹੁੰਦੇ ਉਹ ਇਹਨਾਂ ਕੁ ਮੈਂ ਅੱਕ ਚੁੱਕਿਆ। ਮੈਂ ਕਿਹਾ ਚੱਲ ਮੈਨੂੰ ਬੈਂਕ 'ਚੋਂ ਪੈਸੇ ਮਿਲ ਜਾਵੇ, ਲੇਕਿਨ ਉੱਥੋਂ ਨਹੀਂ ਮਿਲਣ ਦੇ। ਉਹਦੀ ਵਜ੍ਹਾ 3 ਬੰਦਿਆਂ ਦਾ ਗਰੁੱਪ ਹੁੰਦਾ, 3 ਬੀਬੀਆਂ ਦਾ। ਅਤੇ ਜੇ ਤੁਸੀਂ ਅਰਜੈਂਟ ਪੈਸੇ ਲੈਣੇ ਹੈਗੇ, ਤੁਹਾਨੂੰ ਚੈੱਕ ਚਾਹੀਦਾ ਵਾ, ਖਾਲੀ ਚੈੱਕ ਕਿਸੇ ਯਾਰ ਦੋਸਤ ਕੋਲ ਮਿਲ ਜਾਵੇ, ਕਿਸੇ ਰਿਸ਼ਤੇਦਾਰ ਕੋਲ ਮਿਲ ਜਾਵੇ, ਉਹ ਆ ਕੇ ਕਹਿ ਦੇ ਭਾਈ ਮੈਂ ਚੈੱਕ ਦੀ ਜ਼ਮਾਨਤ ਦਿੰਦਾ, ਇਹਦੀ ਇਹਨਾਂ ਪੈਸੇ ਦੇਵੇ ਮੈਂ ਦਊਂਗਾ। ਇੰਨੀ ਗੱਲ ਸਿਰਫ ਕਰਨੀ ਦੋਸਤੋ। ਕੋਈ ਬੰਦਾ ਇੰਨੀ ਗੱਲ ਕਰਨ ਵਾਸਤੇ ਵੀ ਨਹੀਂ ਨਾਲ ਤੁਰਨ ਦਿਆ, ਚੈੱਕ ਵੀ ਨਹੀਂ ਖਾਲੀ ਦੇਣ ਦਿਆ ਕੋਈ ਬੰਦਾ। ਕੋਈ 200-250 ਬੰਦੇ ਦਾ ਮੈਂ ਤਰਲਾ ਕਰ ਲਿਆ ਵਾ, ਕੋਈ ਬੰਦਾ ਨਹੀਂ ਦੇਣ ਦਿਆ। ਜੇ ਕੋਈ ਦਿੰਦਾ ਤਾਂ ਆਪਣੀ ਲਾਲਚ ਨੂੰ, ਕੋਈ ਸਾਨੂੰ ਖਰਚਾ ਮਿਲੇ, ਸਾਨੂੰ ਵਿੱਚੋਂ ਦਿਹਾੜੀ ਮਿਲੇ। ਉਹ ਅਗਲਾ ਬੰਦਾ ਆਪ ਨਹੀਂ ਕਿੱਦਾਂ ਮਰਿਆ ਮੁੱਕਿਆ ਹੋ ਗਿਆ, ਮਜਬੂਰ ਕਿੰਨਾ ਹੋ ਗਿਆ, ਬੇਸਹਾਰਾ ਹੋ ਗਿਆ, ਲਾਚਾਰ ਹੋ ਗਿਆ, ਬੇਬਸ ਹੋ ਗਿਆ, ਕੰਮ ਕਰਦਾ ਵਾ। ਤੁਸੀਂ ਲੋਕ ਆਪਣਾ ਫਾਇਦਾ ਵੀ ਸੋਚ ਲੈਂਦੇ ਕਿ 1000-2000 ਨਾਲ ਤੁਹਾਡੇ ਮੂੰਹ ਕਾਲਾ ਕਰਨਾ, 2000 ਨਾਲ 2000 4000 5000 ਕਿਲੋ ਲੈ ਗਏ, ਮੂੰਹ ਕਾਲਾ ਕਰਨ ਵਾਲਾ ਹਿਸਾਬ ਹੋ ਗਿਆ ਨਾ। ਫਿਰ ਅਗਲੇ ਕੋਲ 2000 5000 ਮੰਗਦੇ, ਸ਼ਰਮ ਨਾ ਆਉਂਦੀ ਤਾਂ ਡੁੱਬ ਕੇ ਮਰ ਜਾਓ ਰਿਸ਼ਤੇਦਾਰ ਬਗੈਰ ਤੋਂ ਯਾਰੋ ਦੋਸਤੋ। ਇੱਕ ਮੰਨਿਆ ਕਹਿੰਦਾ ਮੈਂ ਠੀਕ ਆ ਤੈਨੂੰ ਚੱਕ ਦੇ ਜਾਂਦਾ, ਮੈਨੂੰ 5000 ਰੁਪਇਆ ਦੇ, ਤਾਂ ਮੈਨੂੰ ਪਤਾ ਲੱਗਿਆ ਪੈਸੇ ਦੇ ਕਾਰੋਬਾਰ ਲੋਕਾਂ ਨੇ ਬਣਾ ਲਿਆ ਹੋਇਆ ਵਾ। ਕਿਸੇ ਨੂੰ ਚੈੱਕ ਚਾਹੀਦਾ, ਦੇਖੋ 5000 ਰੁਪਏ ਲੈਂਦੇ, 3000 ਰੁਪਏ ਲੈਂਦੇ, 2000 ਰੁਪਏ ਲੈਂਦੇ ਦਿਹਾੜੀ, ਸਾਨੂੰ ਦਵੋ ਭਾਈ ਅਸੀਂ ਚੱਕ ਦੇਣਾ ਵਾ ਖਾਲੀ। ਇੱਥੇ ਦੁਨੀਆ ਇੱਦਾਂ ਦੇ ਹਾਲਾਤ ਹੋਏ ਹੋਏ, ਐਡੀ ਬੇਫਾਇਦ ਦੁਨੀਆ, ਐਡੀ ਮਤਲਬੀ ਦੁਨੀਆ ਹੋ ਗਈ। ਤੋਬਾ ਯਾ ਅੱਲਾ ਤੇਰਾ ਹੀ ਆਸਰਾ ਦਾ ਬਸ ਉਹਨੇ, ਹੋਰ ਕਿਸੇ ਦਾ ਕੋਈ ਆਸਰਾ ਨਹੀਂ ਆਇਆ ਮੈਨੂੰ। ਅਤੇ ਕੋਈ ਮੰਗਦਾ ਮੱਲਾ ਸੁਣਿਆ ਤੁਸੀਂ ਮੈਨੂੰ ਦੇਣਾ ਮੇਰੇ ਪਰਵਰਦੀਗਾਰ। ਇਹ ਔਖਾ ਟਾਈਮ ਮੇਰੇ 'ਤੇ ਆਇਆ ਵਾ, ਮੇਰੀ ਗਫਲਤ ਲਾ ਲਓ, ਮੇਰੀ ਲਾਪਰਵਾਹੀ ਲਾ ਲਓ, ਮੇਰੀ ਬੇਗੋਰੀ ਲਾ ਲਓ, ਤੁਹਾਡੇ 'ਤੇ ਮੈਂ ਇਲਜ਼ਾਮ ਲਾ ਨਹੀਂ ਸਕਦਾ। ਤੁਸੀਂ ਜੋ ਕਰਦੇ ਬਿਹਤਰ ਕਰਦੇ, ਮੈਂ ਵੀ ਕਹਦਾ ਅੱਲਾ ਨੇ ਮੇਰੇ ਚੰਗਾ ਨਹੀਂ ਕੀਤਾ ਹੈਗਾ, ਤੋਬਾ ਨਾਜ਼ੁਬਿਲਾ, ਅੱਲਾ ਮੀਆਂ ਨੇ ਮੇਰੇ 'ਤੇ ਇੰਨੀ ਔਖਾ ਟਾਈਮ ਲਿਆਤਾ ਵਾ, ਜ਼ਿੰਦਗੀ 'ਚ ਕਦੀ ਮੇਰੇ 'ਤੇ ਇੰਨਾ ਔਖਾ ਟਾਈਮ ਨਹੀਂ ਸੀ ਆਇਆ। ਅੱਲਾ ਮੀਆਂ ਤੂੰ ਚੰਗੇ ਨਹੀਂ ਕੀਤੇ ਮੇਰੇ ਨਾਲ, ਤੋਬਾ ਯਾ ਅੱਲਾ ਪਾਕ ਮਾਫੀ, ਗਲਤ ਬੋਲ ਮੂੰਹ 'ਚ ਨਿਕਲਾ, ਮਾਫੀ ਮੰਗਦਾ ਲੈ ਮੈਂ ਤੁਹਾਡੇ ਕੋਲ। ਲੇਕਿਨ ਮੈਂ ਤੁਹਾਡੇ 'ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਹੈਗਾ, ਮੈਂ ਇਹ ਕਹਿੰਦਾ ਜੋ ਕੁਛ ਵੀ ਕੀਤਾ ਮੈਂ ਆਪਣੀ ਗਲਤੀ ਦਾ ਖੁਦ ਜ਼ਿੰਮੇਦਾਰ ਆ। ਮੇਰੀ ਇਹ ਗਲਤੀ ਹੈ, ਕਤਈ ਮੇਰੇ ਅੱਗੇ ਆਈ ਆ ਵਾ, ਮੇਰੀ ਬੇਗੋਰੀ ਮੇਰੇ ਅੱਗੇ ਆਈ ਆ ਅੱਲਾ ਮੀਆਂ,
ਤੁਹਾਡੇ ਨੂੰ ਮੈਂ ਕੋਈ ਇਲਜ਼ਾਮ ਨਹੀਂ ਦਿੰਦਾ ਅੱਲਾ ਮੀਆਂ, ਤੁਸੀਂ ਜੋ ਕਰਦੇ ਬਿਹਤਰ ਕਰਦੇ, ਅੱਛਾ ਕਰਦੇ ਆ, ਲੇਕਿਨ ਅਸੀਂ ਬੰਦੇ ਆਪ ਹੀ ਸਾਡਾ ਧਰਮੀ ਪਾਲਣ ਦੇ ਆਪਣੇ ਵਿੱਚ ਜਦੋਂ ਕਮਾਈ ਚੰਗੀ ਹੁੰਦੀ ਆ 2 ਘੰਟੇ ਕੰਮ ਕਰ ਲਿਆ, 4 ਘੰਟੇ ਕਰ ਲਿਆ, 6 ਘੰਟੇ ਕਰ ਲਿਆ, ਆਪਣੀ ਮਰਜ਼ੀ ਨਾਲ। ਆਪਣਾ ਕੰਮ ਦਾ ਇਹ ਫਾਇਦਾ ਹੁੰਦਾ ਵਾ, ਆਪਣੀ ਮਰਜ਼ੀ ਨਾਲ। ਜਦੋਂ ਤੁਸੀਂ ਬਾਹਰ ਕੰਮ ਕਰਦੇ ਪਏ ਆ, ਹੁਣ ਮੈਂ ਇੱਕ ਮਿਸਾਲ ਬਾਹਰ ਕੰਮ ਕਰਦਾ ਪਿਆ ਕੁਲਫੀਆਂ ਦਾ, ਮੀਂਹ ਆਵੇ, ਹਨੇਰੀ ਆਵੇ, ਤੂਫਾਨ ਆਵੇ, ਜੋ ਮਰਜ਼ੀ ਆਵੇ, ਤੁਸੀਂ ਰੇਹੜੀ ਲੈ ਕੇ ਆਣੀ ਉੱਥੋਂ, ਅਤੇ ਦਿਹਾੜੀ ਪੂਰੀ ਲਾਣੀ ਉੱਥੋਂ, ਤੁਹਾਨੂੰ ਭਾਵੇਂ 10 ਰੁਪਏ ਕਿਉਂ ਨਹੀਂ ਬਚਦੇ, ਪੂਰੀ ਦਿਹਾੜੀ ਲਾ ਕੇ। ਇਹ ਚੀਜ਼ ਹੈ ਦੋਸਤੋ ਪਰਾਏ ਕੰਮ 'ਚ ਅਤੇ ਆਪਣੇ ਕੰਮ 'ਚ। ਮਾੜੀ ਹਨੇਰੀ ਆਏ, ਮੀਂਹ ਆਏ, ਮੌਸਮ ਖਰਾਬ ਹੋਏ, ਬੱਦਲ ਨਹੀਂ ਯਾਰ ਰਹਿਣ ਜਾਣ ਕੀ ਜਾਣਾ, ਕੱਲ੍ਹ ਨੂੰ ਚੱਲ ਜਾਂਗੇ। ਇੱਦਾਂ ਦੀਆਂ ਲਾਪਰਵਾਹੀ ਜਿਹੜੀਆਂ ਸੁਣੀਆਂ ਸਾਡੇ ਕੋਲ, ਉਹ ਸਾਨੂੰ ਪਿੱਛੇ ਸੁੱਟਦੀ ਹੈ ਬਹੁਤ ਜ਼ਿਆਦਾ। ਅਤੇ ਹੁਣ ਕੁਲਫੀਆਂ ਦੇ ਕੰਮ 'ਚ 1 ਮਿੰਟ ਦੀ ਛੁੱਟੀ ਨਹੀਂ ਹੈ ਭਾਈ। ਉੱਥੇ ਸੁਬਾਹ 7 ਵਜੇ ਅਗਲੇ ਬੁਲਾ ਲੈਂਦੇ ਅਤੇ ਰਾਤ ਨੂੰ 9 ਵਜੇ 8 ਵਜੇ ਉੱਥੇ ਵੜਦੇ ਆ ਵਾਪਸ ਰੇਹੜੀ ਆ। ਸੁਬਾਹ 7 ਵਜੇ ਰੇਹੜੀਆਂ ਕੱਢਣੀਆਂ ਉੱਥੋਂ ਹਰ ਹਾਲ ਜੀ, ਕਈ ਬੰਦੇ 5 ਵਜੇ 6 ਵਜੇ ਕੱਢ ਲੈਂਦੇ ਰੇਹੜੀ, 7 ਵਜੇ ਕੱਢ ਲੈਂਦੇ ਆ। ਇੱਦਾਂ ਦੇ ਬੰਦੇ ਵੀ ਆ ਸੁਬਾਹ 6 ਵਜੇ ਰੇਹੜੀ ਕੱਢ ਕੇ ਨਿਕਲ ਜਾਂਦੇ ਅਗਲੇ। ਪਿੰਡਾਂ ਪੁੰਡਾਂ ਜਾਣਾ ਹੁੰਦਾ ਦੂਰ, ਕਿਤੇ ਘੰਟਾ ਜਾਣ ਦਾ ਲੱਗ ਜਾਂਦਾ, ਅਤੇ ਅਸੀਂ ਜਾਣਾ 8 ਵਜੇ, ਅਤੇ ਸਾਨੂੰ ਅਗਲਾ ਬੋਲਦਾ ਤੁਸੀਂ 8 ਵਜੇ ਆਉਂਦੇ, ਟਾਈਮ ਨਾਲ ਆਇਆ ਕਰੋ, ਸਿੱਖ ਦੁਪਹਿਰੇ ਆਉਂਦੇ। 8 ਵਜੇ ਦੁਨੀਆ ਸੁੱਤੀ ਨਹੀਂ ਉੱਠੀ ਹੁੰਦੀ, ਨਾਲ ਰੋਟੀ ਨਹੀਂ ਖਾਧੀ, ਨਾਸ਼ਤੇ ਨਹੀਂ ਕੀਤੇ, ਕੁਲਫੀਆਂ ਕਹਿੰਦੇ ਖਾਣੀਆਂ, ਬੰਦਾ ਪੁੱਛੇ। ਇਹਨਾਂ ਨੂੰ ਆਪਣੀ ਜੇਬੀ ਭਰਨ ਨਾਲ ਦੋਸਤੋ, ਅਰੇ ਮਾਲਕ ਨਾ ਕੁਲਫੀ ਵਾਲੇ, ਕੁਲਫੀ ਐਡੀ ਨਿਕੰਮੀ ਬਣਾਉਂਦੇ, 2 ਨੰਬਰ ਕੁਲਫੀ ਦੋਸਤੋ, ਕਿਸੇ ਕੰਮ ਦੀ ਕੁਲਫੀ ਨਹੀਂ, ਕੋਈ ਜ਼ਾਇਕਾ ਨਹੀਂ, ਕੋਈ ਅੱਛੀ ਵਾਲੀ ਕੋਈ ਸ਼ੈ ਨਹੀਂ ਪਾਈ ਉਹਨਾਂ ਨੇ ਵਿੱਚ। ਉਹ ਸਕਰੀਨ ਜੀ ਘੋਲ ਕੇ ਸੈਂਡ ਜਿਹਾ ਪਾਇਆ ਹੋਇਆ ਵਾ, ਬਸ ਮਾਲਟੇ ਜ਼ਾਇਕਾ ਆਉਂਦੇ ਆ ਜੀ। ਬਰਫ਼ ਵਾਲੀ ਕੁਲਫੀ ਥੇਲੀ, ਅਸੀਂ ਨਿੱਕੇ ਹੁੰਦੇ ਰੁਪਈਏ ਦੇ 2 ਕੁਲਫੀਆਂ ਖਾਂਦੇ ਰਹੇ ਆ, ਥੇਲੀ ਕੁਲਫੀ ਵੀ ਖਾਂਦੇ ਰਹੇ। ਮੈਂ ਆਪਣੇ ਹੋਸ਼ 'ਚ ਮੈਂ ਥੇਲੀ ਚਵਾਨੀ ਮੈਂ ਦੇਖੀ ਹੋਈ ਆ, ਅਤੇ 1992 ਦੀ ਮੇਰੀ ਪੈਦਾਇਸ਼ ਆ। ਥੇਲੀ ਚਵਾਨੀ ਮੈਂ ਖਰਚੀ ਹੋਈ ਆਪਣੇ ਹੱਥੀਂ, ਅਤੇ ਉਹ ਸਾਨੂੰ ਰੁਪਈਏ ਦੀ ਕੁਲਫੀ ਮਿਲਦੀ ਹੁੰਦੀ 100 ਸਟੋਰ 'ਚ, ਅਤੇ ਹੁਣ 10 ਰੁਪਏ ਦੀ ਕੁਲਫੀ ਆ ਉਹ, ਅਤੇ ਨਾ ਕੋਈ ਜ਼ਾਇਕਾ ਨਾ ਕੋਈ, ਉਹ ਪਹਿਲੀ ਵਾਲੀ ਗੱਲ ਹੀ ਕੋਈ ਨਹੀਂ ਇਹਨਾਂ ਕੁਲਫੀਆਂ 'ਚ ਹੁੰਦੀ ਅੱਜ। ਉਦੋਂ 1 ਰੁਪਈਆ ਤਾਂ ਹੁੰਦਾ 10 ਰੁਪਈਏ, ਜ਼ਾਇਕਾ ਵੀ ਕੋਈ ਨਹੀਂ, ਮਜ਼ਾ ਵੀ ਕੋਈ ਨਹੀਂ, ਸਿਰਫ ਆਪਣੀ ਜੇਬੀਆਂ ਭਰਾਉਂਦੇ ਆ। ਮੈਂ ਇਹਦੇ ਕੋਲ 30,000 ਮੰਗਿਆ ਮਾਲਕ ਕੋਲ ਕੁਲਫੀ ਲੈ ਕੇ ਹੋਰ। ਮੈਂ ਕਿਹਾ ਮੈਂ ਆਪਣਾ ਕੰਮ ਸ਼ੁਰੂ ਕਰਾਂ, ਚਲੋ ਮੈਂ ਰੋਜ਼ੀ ਰੋਟੀ ਕਮਾਉਣ ਜਗ੍ਹਾ ਬਣਾ ਹਵਾ ਬਚਿਆ ਦੀ, 2-3 ਘੰਟੇ ਵਿੱਚੋਂ ਕੱਢ ਕੇ ਮੈਂ ਸੇਲਮੈਨੀ ਦਾ ਮੈਂ ਕਰ ਲਿਆ ਕਰੂੰਗਾ ਆਪਣਾ, ਅਤੇ ਬਾਕੀ ਟਾਈਮ ਸਾਰੀ ਦਿਹਾੜੀ ਕੁਲਫੀ ਵੇਚੂੰਗਾ। ਨਾ ਉਹ ਕਹਿੰਦਾ ਨਹੀਂ ਭਾਈ 1 ਰੁਪਈਆ ਨਹੀਂ ਹੈ ਮੇਰੇ ਕੋਲ, ਮੇਰੇ ਤਾਂ ਕੰਮ ਨਹੀਂ ਚੱਲਣ ਦਿਆ, ਰੇਹੜੀ ਨਹੀਂ ਲੱਗਣ ਦੀ ਆ, ਮੈਂ ਤੇ ਮਰ ਗਿਆ, ਮੈਂ ਲੁੱਟਿਆ ਗਿਆ, ਜਿਵੇਂ ਦੁਨੀਆ ਇਸ ਤਾਂ ਦੁਖੀ ਬੰਦਾ ਹੀ ਕੋਈ ਨਹੀਂ ਇੱਦਾਂ ਦਾ ਹੋ ਮੂੰਹ, ਇੱਦਾਂ ਦੀ ਗੱਲਾਂ ਕਰਨ ਲੱਗ ਪਿਆ ਮੇਰੇ ਨਾਲ। ਅਤੇ ਮੁੜ ਕੇ ਥੋੜ੍ਹੇ ਦਿਨ ਬਾਅਦ ਮੇਰੇ ਕੋਲ 10,000 ਲੈ ਲਈ ਮੇਰੇ ਕੋਲ, ਤੂੰ 10,000 ਦੇ ਨੂੰ ਮੰਨਿਆ 2-2.5 ਮਹੀਨੇ ਨੂੰ ਲਾਈ ਰੱਖਿਆ ਇਹਨੇ, ਅੱਜ ਲੈ ਲਈ, ਕੱਲ੍ਹ ਲੈ ਲਈ, ਪਰਸੋਂ ਲੈ ਲਈ, 2-4 ਦਿਨ ਠਹਿਰ ਜਾ ਫਿਰ ਲੈ ਲਈ। ਮੈਨੂੰ ਬਾਰ ਪੁੱਛਦੇ, ਆਪਣੀ ਸ਼ਰਮਿੰਦਗੀ ਹੋਣ ਲੱਗ ਪਈ ਮੈਨੂੰ ਸਗੋਂ। ਮੈਂ ਕਹਿਣਾ ਛੱਡਦਾ ਇਹਨੂੰ। ਫਿਰ ਇੱਕ ਦਿਨ ਮੋਬਾਇਲ ਲੈ ਗਿਆ, 20 ਲੱਖ ਰੁਪਏ ਦਾ ਮੋਬਾਇਲ ਲਿਆ, ਨਵਾਂ ਮਾਡਲ ਆਇਆ ਸੀ ਕਿਤੇ, ਪਤਾ ਨਹੀਂ ਓਪੋ ਦਾ ਕਿਹੜਾ ਮਾਡਲ ਆਇਆ ਸੀਗਾ। ਮੈਨੂੰ ਕਹਿੰਦਾ ਮੈਂ ਲੱਖ ਰੁਪਏ ਦਾ ਮੋਬਾਇਲ ਲੈ ਕੇ ਆਇਆ, ਵੇ ਕੈਸਾ ਵਾ। ਮੈਂ ਕਿਹਾ ਤੂੰ ਲੈ ਕੇ ਆਇਆ ਭਾਈ, ਚੰਗਾ ਹੀ ਲੈ ਕੇ ਆਇਆ ਹੁਣ, ਮਾੜਾ ਥੋੜ੍ਹਾ ਲੈ ਕੇ ਆਉਣਾ ਤੂੰ। ਆਖਰ ਤੂੰ ਲੱਖ ਰੁਪਈਆ ਲਾਉਣਾ ਵਾ, ਤੂੰ ਸੋਚ ਸਮਝ ਸ਼ਾਇਦ ਲੈਣੀ, ਤੈਨੂੰ ਚੰਗੀ ਲੱਗੀ ਹੋਣੀ, ਦਿਲੋਂ ਤੂੰ ਲਈ ਹੋਣੀ ਆ। ਮੈਂ ਦਿਲ 'ਚ ਖਿਆਲ ਹੈ, ਮੈਂ 10-20 ਹਜ਼ਾਰ 30 ਹਜ਼ਾਰ ਮੈਂ ਕੋਈ ਮੰਗਦਾ ਰਿਹਾ, ਮੈਨੂੰ ਦਿੱਤਾ ਨਹੀਂ ਨੇ ਹੈ। ਮੈਂ ਇੱਥੇ ਭੁੱਖਾ ਮਰਨ ਦਿਆ ਵਾ, ਰੋਜ਼ੀ ਰੋਟੀ ਕਮਾਉਣ, ਮੈਂ ਕਹਿੰਦਾ ਚਲੋ ਕੋਈ ਜੁਗਾੜ ਲੱਗ ਜਾਂਦਾ ਮੇਰਾ, ਕੋਈ ਥੋੜ੍ਹੇ ਪੈਸੇ ਦੇ ਦਿੰਦਾ, ਮੈਂ ਥੋੜ੍ਹਾ ਆਸਰਾ ਹੋ ਜਾਂਦਾ। ਚਲੋ ਮੈਂ 500-700 ਉੱਧਰੋਂ ਕਮਾਉਂਦਾ, 2-3 ਘੰਟੇ ਵਿੱਚ ਕੋਈ 700-800 ਹਜ਼ਾਰ ਰੁਪਇਆ ਕੁਲਫੀਆ 'ਚ ਆ ਜਾਂਦਾ, ਚਲੋ ਮੇਰਾ ਘਰ ਦਾ ਨਿਜ਼ਾਮ ਸੋਹਣਾ ਚੱਲਦਾ। ਲੇਕਿਨ ਇਸ ਬੰਦੇ ਨੇ ਮੈਨੂੰ ਪੈਸੇ ਨਹੀਂ ਦਿੱਤੇ, 1 ਲੱਖ ਰੁਪਏ ਦਾ ਮੋਬਾਇਲ ਲੈ ਕੇ ਆ ਗਿਆ। ਰੱਬ ਗਵਾਹ ਵਾ ਮੇਰਾ, ਰੱਬ ਸੁਣਦਾ ਵਾ, ਰੱਬ ਦੇਖਦਾ ਵਾ। ਇੱਦਾਂ ਦੇ ਬੰਦਿਆਂ ਨੂੰ ਰੱਬ ਨੇ ਪੁੱਛਣਾ ਵਾ ਇੰਸ਼ਾ-ਅੱਲਾਹ ਤਾਲਾ, ਕਿ ਤੁਹਾਡੇ ਕੋਲ ਮੈਂ ਬੰਦਾ ਭੇਜਿਆ ਸੀਗਾ, ਤੁਸੀਂ ਉਹਦੀ ਮਦਦ ਕਿਉਂ ਨਹੀਂ ਕੀਤੀ, ਤੁਸੀਂ ਉਹਦੀ ਹੈਲਪ ਕਿਉਂ ਨਹੀਂ ਕੀਤੀ, ਤੁਸੀਂ ਉਹਦਾ ਖਿਆਲ ਕਿਉਂ ਨਹੀਂ ਰੱਖਿਆ। ਆਖਰ ਮੈਂ ਬੰਦਾ ਭੇਜਿਆ ਤੁਹਾਡੇ ਕੋਲੋਂ, ਉਹ ਖੁਦ ਨਹੀਂ ਸੀ ਆਇਆ ਹੈਗਾ, ਅਤੇ ਜ਼ਾਹਰ ਬਾਤ ਸੋਹਣੇ ਰੱਬ ਦੇ ਅਸੀਂ ਬੰਦੇ ਆ, ਸੋਹਣਾ ਰੱਬ ਸਾਨੂੰ ਅਗਲੇ ਬੰਦੇ ਕੋਲ ਭੇਜਦਾ ਅਤੇ ਅਸੀਂ ਜਾਂਦੇ ਆ। ਸੋਹਣਾ ਰੱਬ ਸਾਡੇ ਦਿਲ 'ਚ ਖਿਆਲ ਪਾਉਂਦਾ ਵਾ ਅਗਲੇ ਬੰਦੇ ਦਾ, ਅਤੇ ਅਸੀਂ ਅਗਲੇ ਬੰਦੇ ਕੋਲ ਜਾਂਦੇ ਆ, ਅਤੇ ਚਲੋ ਸਾਡੀ ਇਹ ਮਦਦ ਕਰ ਦੂੰਗਾ, ਹੈਲਪ ਕਰ ਦੂੰਗਾ। ਲੇਕਿਨ ਅਗਲਾ ਜਦੋਂ ਨਾ ਕਰੇ ਤਾਂ ਮਾੜੀ ਗੱਲ ਆ ਨਾ। ਜੇ ਹੋਣ ਦੇ ਕੋਲ ਬਾਵਜੂਦ ਅਗਲਾ ਮਦਦ ਨਾ ਕਰੇ ਤਾਂ ਗੁਨਹਗਾਰ ਉਹ ਬੰਦੇ ਦਾ। ਜੇ ਨਹੀਂ ਆਏ ਫਿਰ ਤਾਂ ਚਲੋ ਅਲੱਗ ਗੱਲ ਆ, ਬੰਦੇ ਨੂੰ ਪਤਾ ਨਹੀਂ ਆਇਆ ਕੋਈ ਯਾਰ। ਦੇਖੋ ਮੈਂ 200 ਗਰਮੀ ਵਿੱਚ ਵੀਡੀਓ ਬਣਾਉਣ ਦਿਆ ਵਾ, 15 ਮਿੰਟ ਦੀ ਵੀਡੀਓ, ਪੱਖਾ ਬੰਦ ਕਰਕੇ ਵੀਡੀਓ ਬਣਾਉਣ ਦਿਆ ਮੈਂ। ਜੇ ਪੱਖਾ ਚਲਾ ਕੇ ਬਣਾਵਾਂ ਉਹਦੇ ਵਿੱਚ ਆਵਾਜ਼ ਸਹੀ ਨਹੀਂ ਆਉਣੀ ਹੈਗੀ ਦੋਸਤੋ। ਇਹ ਵੀ ਮਿਹਨਤ ਕਰਨ ਦਿਆ ਨਾ ਮੈਂ, ਇੱਕ ਸ਼ਾਇਦ ਮੇਰੇ ਜਗਾੜ ਲੱਗ ਜਾਏ ਕੋਈ ਦੋਸਤੋ ਇੱਧਰੋਂ, ਕੋਈ ਅੱਲਾ ਸੋਹਣਾ ਦਾ ਨੇਕ ਬੰਦਾ ਵੀਡੀਓ ਵੇਖ ਲਵੇ, ਮੇਰੀ ਵੀਡੀਓ ਦੇਖ ਕੇ ਮੈਨੂੰ ਭੇਜ ਦੇਵੇ, ਕਹੇ ਯਾਰ ਅੱਲਾ ਫੜ ਲੱਖ ਰੁਪਈਆ ਜਾਂ 50,000 ਰੁਪਈਆ ਤੂੰ ਆਪਣਾ ਸਾਲ ਲਾ, ਤੂੰ 6 ਮਹੀਨਿਆਂ ਨੂੰ ਕਿ ਤੂੰ ਸਾਨੂੰ ਸਾਲ ਹੁੰਦੇ ਦੀ। ਅਤੇ ਮੈਂ ਕਹਿੰਦਾ ਨਹੀਂ ਭਾਈ ਤੁਸੀਂ ਮੈਨੂੰ ਇੰਨਾ ਹੌਸਲਾ ਦਿੱਤਾ, ਮੇਰੇ ਲਈ ਕਾਫੀ ਆ।
ਬੜੀ ਮਿਹਰਬਾਨੀ, ਤੁਸੀਂ ਮੇਰੀ ਹੈਲਪ ਕਰਤੀ, ਤੁਹਾਨੂੰ ਅੱਲਾ ਹੋਰ ਦੇਵੇ। ਮੈਂ ਤਾਂ ਕਰੋੜਾਂ ਦੁਆਵਾਂ ਦਊਂਗਾ ਉਸ ਬੰਦੇ ਨੂੰ। ਅੱਲਾ ਸੋਨਾ ਉਹਨੂੰ ਇੰਨਾ ਕੁ ਦੇਵੇ, ਇੰਨਾ ਕੁ ਦੇਵੇ, ਸਾਰੀ ਉਮਰ ਖਾਂਦਾ ਰਹੇ, 25-30 ਨਸਲਾਂ ਵੀ ਬਹਿ ਖਾਵੇ ਤਾਂ ਕੋਈ ਮੁੱਕੇ ਨਾ। ਇੰਨੀਆਂ ਦੁਆਵਾਂ ਦਊਂਗਾ ਅਗਲੇ ਬੰਦੇ ਨੂੰ, ਜਿਹੜਾ ਬੰਦਾ ਮੇਰਾ ਸਾਥ ਕਰੋ, ਮੇਰਾ ਖਿਆਲ ਕਰੋ ਕਿ ਦੁਨੀਆ ਦੀ ਹਰ ਖੁਸ਼ੀ ਅੱਲਾ ਸੋਨਾ ਉਹਨੂੰ ਦੇਵੇ। ਦੁਨੀਆ ਦੀ ਹਰ ਸ਼ੈ ਅੱਲਾ ਸੋਨਾ ਉਹਨੂੰ ਬੰਦੇ ਨੂੰ ਦੇਵੇ ਜਿਹੜਾ ਮੇਰੀ ਮਦਦ ਕਰੇ, ਮੇਰੀ ਹੈਲਪ ਕਰੇ। ਮੇਰਾ ਨੰਬਰ ਸਕਰੀਨ ਦੇ ਉੱਥੇ ਮੈਨੂੰ ਤਾਂ ਲੱਗਾ ਵੀਡੀਓ ਤਾਂ ਦੋਸਤੋ ਤੁਸੀਂ ਦੇਖ ਸਕਦੇ ਆ। ਜਿਹੜਾ ਬੰਦਾ ਹੈਲਪ ਕਰਨਾ ਚਾਹੁੰਦਾ ਮੇਰਾ ਨੰਬਰ ਲਾਜ਼ਮੀ ਮੇਰੀ ਹੈਲਪ ਕਰੇ। ਮੁਹੰਮਦ ਕਾਸਮ ਖਾਨ ਮੇਰਾ ਜਾਇਜ਼ ਕੈਸ਼ ਅਕਾਊਂਟ ਹੈਗਾ ਵਾ। ਅਤੇ ਦੋਸਤੋ ਤੁਹਾਡੀ ਮਿਹਰਬਾਨੀ ਹੈ, ਸਦਾ ਦੇਰ ਇੱਦਾਂ ਦੇ ਨਹੀਂ ਰਹਿਣੇ ਹੈਗੇ, ਇਨਸ਼ਾ ਅੱਲਾਹ ਤਾਲਾ ਬਦਲਨੇ ਆ। ਮੈਂ ਤੁਹਾਡੇ ਕੋਲ ਮਦਦ ਮੰਗਦਾ, ਆਪਣੇ ਬੀਵੀ ਬੱਚੇ ਵਾਸਤੇ ਮੰਗਦੇ ਆ, ਵਿਚਾਰੇ ਭੁੱਖੇ, ਠੀਕ ਹੈ ਨਾ। ਇਸ ਵਾਸਤੇ ਇੱਕ ਮਜਬੂਰ ਪਿਓ ਹੋ ਗਏ, ਬੇਸਹਾਰਾ ਲਾਚਾਰ ਪਿਓ ਹੋ ਗਏ, ਬੇਬਸ ਪਿਓ ਹੋ ਗਏ, ਇਹ ਮੈਂ ਤੁਹਾਡੇ ਅੱਗੇ ਰੋਣਾ ਵੀ ਆਉਂਦੇ ਆ ਮੈਨੂੰ ਦੋਸਤੋ। ਪਰ ਕੀ ਰੋਵਾਂ ਮੈਂ, ਰੋਣ ਨੂੰ ਵੀ ਦਿਲ ਨਹੀਂ ਕਰਦਾ ਮੇਰਾ। ਬਸ ਦੋਸਤੋ ਮੈਂ ਹੋਰ ਕੁਛ ਨਹੀਂ ਕਹੂੰਗਾ, ਬਸ ਇਹਨਾਂ ਕਹੂੰਗਾ ਤੁਹਾਡੀ ਮਿਹਰਬਾਨੀ ਮੇਰੀ ਹੈਲਪ ਕਰੇ। ਕੋਈ ਅੱਲਾ ਦਾ ਨੇਕ ਬੰਦਾ ਵੇਖਦਾ ਵੀਡੀਓ, ਅੱਲਾ ਦੇ ਬੜੇ ਬੜੇ ਨੇਕ ਬੰਦੇ ਦੁਨੀਆ 'ਤੇ ਮੌਜੂਦ ਹੈਗੇ ਆ ਹਜੇ, ਤਾਂ ਹੀ ਦੁਨੀਆ ਬਚੀ ਹੋਈ ਆ। ਅਤੇ ਦੋਸਤੋ ਲਾਜ਼ਮੀ ਮੇਰੀ ਹੈਲਪ ਕਰਿਓ, ਬਹੁਤ ਸ਼ੁਕਰੀਆ। ਅਗਰ ਮੈਂ ਕੋਈ ਗਲਤੀ ਲਫ਼ਜ਼ ਬੋਲੇ ਹੋਣ ਵੀਡੀਓ ਵਿੱਚ, ਮੈਨੂੰ ਜਾਣੇ ਅਣਜਾਣੇ ਨਾ ਪਤਾ ਲੱਗਾ ਦੋਸਤੋ, ਦਿਲ ਦੀ ਗਹਿਰਾਈਆਂ ਨਾਲ ਮਾਫੀ ਮੰਗਦਾ ਵਾ, ਦਿਲੋਂ ਮਾਫੀ ਮੰਗਦਾ। ਤੁਹਾਡੇ ਕੋਲੋਂ ਕੋਈ ਗਲਤ ਲਫ਼ਜ਼ ਮੇਰੇ ਮੂੰਹ 'ਚ ਨਿਕਲ ਗਿਆ ਤਾਂ ਮਾਜ਼ਰਤ ਦੋਸਤੋ। ਸ਼ੁਕਰੀਆ ਵੀਡੀਓ ਦੇਖਣ ਦਾ। ਅਸਲਾਮ ਅਲੈਕੁਮ। ਅੱਲਾ ਤੁਹਾਨੂੰ ਖੁਸ਼ ਰੱਖੇ, ਅੱਲਾ ਮੈਨੂੰ ਖੁਸ਼ ਰੱਖੇ, ਅੱਲਾ ਤੁਹਾਨੂੰ ਬਹੁਤਾ ਦੇਵੇ, ਮੈਨੂੰ ਬਹੁਤਾ ਦੇਵੇ।